हर दिन वो फॉलो करती है। प्लान फॉर स्टडी एंड प्ले टाइम इन एडवांस, तो अपनी स्टडी के लिए भी प्लान करके चलती है, पर इसके प्ले टाइम ड्यूरिंग द डे, अपना समा बर्बाद नहीं होएगा अगर ऐसे टाइम मैनेजमेंट कर रहे हैं। लगाना चाहिए या पोस्टपोन कर देनी चाहिए भी, अज नहीं करेंगे कल करेंगे, ऐसा कुछ नहीं करना। गुड मॉर्निंग एवरीवन। तो शुरू करेंगे जी सैशन नंबर 5 के नाल, जो सैल्फ रेगूलेशन आप पहला जो इसको पहला सैशन सीगा सैशन नंबर 4 शुरू किया सी, जो कि सीगा गोल ते गोल सैटिंग। तो अज जो आप सैशन करने जा रहे हैं दैट इज टाइम मैनेजमेंट। तो टाइम मैनेजमेंट काफ़ी इंपॉर्टेंट है जी। टाइम मैनेजमेंट बारे सीखांगे तो दिखांगे कि इस सैशन के विच क्या है। फस्ट ऑफ ऑल आपां नूं दिता होया टाइम मैनेजमेंट एंड इट्स इंपॉर्टेंट। हुण देखो टाइम मैनेजमेंट सिर्फ अपने लिए ही नहीं, सारे लिए इंपॉर्टेंट है। अपने टाइम में मैनेज करके चलना। कई बार क्या होंदा है कि आपां कहने हैं कि मेरे को टाइम नहीं सी आ काम करन दे लई, पर जे मैं कहाँ कि तुहाडे कोल समा ही समय है, अगर तुसी टाइम नूं मैनेज करना सीख लो, तुसी वेला समा भी कढ सकदे हो, टीवी ਲਈ भी कढ सकदे हो, खेडण ਲਈ भी कढ सकदे हो, मोबाइल ਲਈ भी, हर एक चीज़ ਲਈ समा तुसी कढ सकदे हो, तां भी तुहाडे कोल इन्ना क समा बच जावेगा। तुसी ਤਾਂ ਵੀ ਤੁਹਾਡੇ ਕੋਲ ਇੰਨਾ ਕੁ ਸਮਾਂ ਬਚ ਜਾਵੇਗਾ। ਤੁਸੀਂ ਸੋਚੋਗੇ ਕਿ ਇਸ ਸਮੇਂ ਦੇ ਵਿੱਚ ਮੈਨੇ ਕਰਨਾ ਕੀ ਹੈ। ਇਹ ਸਾਰੀਆਂ ਚੀਜ਼ਾਂ ਪੋਸੀਬਲ ਹੈ ਜੀ ਟਾਈਮ ਮੈਨੇਜਮੈਂਟ ਦੇ ਨਾਲ। ਤਾਂ ਇੱਥੇ ਆਪਾਂ ਨੂੰ ਇੱਕ ਸਟੋਰੀ ਦਿੱਤੀ ਹੋਈ ਹੈ ਜੋ ਅਸੀਂ ਪੜ੍ਹਦੇ ਹਾਂ ਜਲਦੀ ਤੋਂ। ਤਾਂ ਇੱਕ ਸਮੀਰ ਨਾਮ ਦਾ ਸਟੂਡੈਂਟ ਸੀਗਾ, ਬਹੁਤ ਹੀ ਸੁਸਤ ਇਨਸਾਨ, ਜਾਂ ਕਹਿ ਲਓ ਬਹੁਤ ਹੀ ਸੁਸਤ ਬੱਚਾ ਹੈ। ਉਸਦੇ ਫਾਦਰ ਉਸਨੂੰ ਸਮਝਾਉਂਦੇ ਹੈ ਕਿ ਤੇਰੇ ਲਈ ਟਾਈਮ ਮੈਨੇਜਮੈਂਟ ਬਹੁਤ ਇੰਪੋਰਟੈਂਟ ਹੈ, ਤੂੰ ਸਮੇਂ ਦੀ ਕਦਰ ਕਰਨਾ ਸਿੱਖ, ਸਮੇਂ ਦੀ ਵੈਲਿਊ ਸਿੱਖ। ਪਰ ਜੋ ਸਮੀਰ ਕਿਹਾ ਹੈ ਉਹ ਹਰ ਇੱਕ ਕੰਮ ਨੂੰ ਪੋਸਟਪੋਨ ਕਰ ਦਿੰਦਾ, ਜਿਵੇਂ ਅੱਜ ਨਹੀਂ ਕੱਲ ਕਰਾਂਗਾ ਇਹ ਕੰਮ। ਆਪਣੇ ਪਾਪਾ ਨੂੰ ਕਹਿੰਦਾ ਸੀ ਕਿ ਅੱਜ ਨਹੀਂ ਕਰਦਾ, ਇਹ ਕੱਲ ਕਰਾਂਗਾ, ਪਰ ਉਸਦੇ ਪਾਪਾ ਉਸਨੂੰ ਬਹੁਤ ਸਮਝਾਉਂਦੇ ਆ। ਫਾਈਨਲੀ ਸਮੀਰ ਕੀ ਕਰਦਾ, ਆਪਣੇ ਫਾਦਰ ਨੂੰ ਪ੍ਰੋਮਿਸ ਕਰਦਾ ਕਿ ਉਹ ਆਪਣੇ ਕੰਮ ਨੂੰ ਨਹੀਂ ਟਾਲੇਗਾ। ਤਾਂ ਇੱਕ ਦਿਨ ਕੀ ਹੁੰਦਾ, ਉਹ ਫਸਟ ਪ੍ਰਾਈਜ਼ ਸਿੰਗਿੰਗ ਕੰਪੀਟੀਸ਼ਨ ਦੇ ਵਿੱਚ ਜਿੱਤਦਾ ਤੇ ਉਸਨੂੰ ਸਿੰਗਿੰਗ ਕੰਪੀਟੀਸ਼ਨ ਵਾਲੇ ਕਹਿੰਦੇ ਆ ਕਿ ਤੂੰ ਆ ਕੇ ਸਾਡੇ ਕੋਲੋਂ ਉਸੇ ਦਿਨ ਹੀ ਪ੍ਰਾਈਜ਼ ਕਲੈਕਟ ਕਰ ਲੈ ਆਪਣਾ। पर वो इन्ना ध्यान नहीं दिंदा, ਉਹੀ ਉਸਦੀ ਪੁਰਾਣੀ ਆਦਤ, ਅੱਜ ਨਹੀਂ ਕੱਲ ਕਰਾਂਗਾ, ਇਹ ਵਾਲੀ ਆਦਤ ਤੇ ਉਹ ਬੈਠਾ ਰਹਿੰਦਾ ਤੇ ਕਹਿੰਦਾ ਕਿ ਮੈਂ ਕੱਲ ਆ ਕੇ ਕਲੈਕਟ ਕਰਾਂਗਾ। ਪਰ ਜਦੋਂ ਨੈਕਸਟ ਡੇ ਜਾਂਦਾ ਤੇ ਪ੍ਰਾਈਜ਼ ਕਲੈਕਟ ਕਰਦਾ, ਪਰ ਜੋ ਪ੍ਰਾਈਜ਼ ਹੈ ਉਸ ਦੇ ਲਈ ਯੂਜ਼ਲੈਸ ਹੋ ਚੁੱਕਿਆ ਹੁੰਦਾ, ਬੇਕਾਰ ਹੋ ਚੁੱਕਿਆ ਹੁੰਦਾ, ਕਿਉਂਕਿ ਪ੍ਰਾਈਜ਼ ਦੇ ਵਿੱਚ ਉਸਨੂੰ ਮਿਲ ਰਹੀ ਸੀ ਇੱਕ ਸਰਕਸ ਸ਼ੋਅ ਦੇ ਲਈ ਟਿਕਟ, ਜੋ ਉਸੇ ਦਿਨ ਹੀ ਸੀਗਾ ਜਿਸ ਦਿਨ ਉਸਨੂੰ ਪ੍ਰਾਈਜ਼ ਮਿਲਣਾ ਸੀਗਾ। ਤਾਂ ਉਸ ਦਿਨ ਸਮੀਰ ਇੱਕ ਬਹੁਤ ਹੀ ਇੰਪੋਰਟੈਂਟ ਲੈਸਨ ਸਿੱਖਦਾ ਹੈ ਕਿ ਇੰਪੋਰਟੈਂਸ ਆਫ ਟਾਈਮ, ਜਾਂ ਕਹਿ ਲਓ ਕਿ ਟਾਈਮ ਮੈਨੇਜਮੈਂਟ ਜਾਂ ਸਮੇਂ ਦੀ ਕਦਰ ਕਰਨਾ ਸਿੱਖੋ। ਸਮੇਂ ਨੂੰ ਵੈਲਿਊ ਦਿਓ ਤਾਂ ਕਿ ਸਮਾਂ ਤੁਹਾਡੀ ਵੈਲਿਊ ਪਾਵੇ। ਤਾਂ ਟਾਈਮ ਮੈਨੇਜਮੈਂਟ ਇੰਪੋਰਟੈਂਟ ਹੈ ਜੀ, ਸਮਾਂ ਸਾਡੇ ਲਈ ਇੰਪੋਰਟੈਂਟ ਹੈ, ਸਮੇਂ ਨੂੰ ਵੇਸਟ ਨਹੀਂ ਕਰਨਾ ਚਾਹੀਦਾ। ਜਿਵੇਂ ਇੱਥੇ ਆਪਾਂ ਨੂੰ ਟਾਈਮ ਮੈਨੇਜਮੈਂਟ ਬਾਰੇ ਦੱਸਿਆ ਹੋਇਆ, ਟਾਈਮ ਮੈਨੇਜਮੈਂਟ ਇਜ਼ ਐਬਿਲਿਟੀ ਟੂ ਪਲਾਨ ਐਂਡ ਕੰਟਰੋਲ ਹਾਊ ਯੂ ਸਪੈਂਡ the hours of your day well and do all your activities you want to do। ਇਹ ਕਹਿੰਦੇ ਆ ਕਿ ਟਾਈਮ ਮੈਨੇਜਮੈਂਟ ਇੱਕ ਐਬਿਲਿਟੀ ਹੈ, ਇੱਕ क्षमता ਹੈ ਕਿ ਤੁਸੀਂ ਆਪਣੇ ਪੂਰੇ ਦਿਨ ਨੂੰ ਪਲਾਨ ਕਰ ਸਕੋ, ਜਾਂ ਪੂਰੇ ਦਿਨ ਦੇ ਵਿੱਚ 1 ਘੰਟੇ ਨੂੰ ਕਿਵੇਂ ਤੁਸੀਂ ਸਪੈਂਡ ਕਰਨਾ, ਕਿਵੇਂ ਸਾਰੇ ਕੰਮ ਕਰਨੇ ਨੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਉਸ ਚੀਜ਼ ਦੀ ਪਲੈਨਿੰਗ ਨੂੰ ਕਹਿੰਦੇ ਆ ਕਿ ਟਾਈਮ ਮੈਨੇਜਮੈਂਟ। ਉਸ ਚੀਜ਼ ਦੀ ਪਲੈਨਿੰਗ ਨੂੰ ਕਹਿੰਦੇ ਆ ਟਾਈਮ ਮੈਨੇਜਮੈਂਟ। An example of good time management skill would be when you decide to finish your homework immediately after school, you have time to watch TV in the evening। The next example ਦਿੱਤੀ ਹੋਈ ਹੈ ਕਿ ਇੱਕ ਅੱਛਾ ਟਾਈਮ ਮੈਨੇਜਮੈਂਟ ਕੁਛ ਇਸ ਤਰੀਕੇ ਦਾ ਹੁੰਦਾ ਹੈ, ਜਦੋਂ ਤੁਸੀਂ ਸਕੂਲ ਤੋਂ ਘਰ ਜਾਂਦੇ ਹੀ ਆਪਣਾ ਸਕੂਲ ਦਾ ਹੋਮਵਰਕ ਫਿਨਿਸ਼ ਕਰ ਲੈਂਦੇ ਹੋ ਤੇ ਐਂਡ ਦੇ ਵਿੱਚ ਤੁਹਾਡੇ ਕੋਲ ਸ਼ਾਮ ਨੂੰ टीवी देखने के लिए या खेडन लिए बहुत समा बचा होंगे। तो एक गुड एग्जाम्पल है। हुण नॉन एग्जाम्पल ऑफ टाइम मैनेजमेंट तो एग्जाम्पल ऑफ टाइम मैनेजमेंट आपको दी है कि एक व्यक्ति जिसका नाम समीर है, चाहे परसन है, लड़की है, समीर है, वो बहुत पंक्चुअल है, समय पर आती है अपने स्कूल से। ही हैज़ रेगुलर शेड्यूल, ही हैज़ अ रेगुलर schedule that she follows every day। तो उसके कोल एक प्रॉपर टाइम टेबल है जो हर दिन वो फॉलो करती है। प्लान फॉर स्टडी
ਐਂਡ ਪਲੇ ਟਾਈਮ ਇਨ ਐਡਵਾਂਸ, ਤਾਂ ਆਪਣੇ ਸਟੱਡੀ ਦੇ ਲਈ ਵੀ ਪਲਾਨ ਕਰਕੇ ਚੱਲਦੀ ਹੈ। ਪਰ ਇਸ ਦੇ ਉਲਟ ਇੱਕ ਨਿਸ਼ਾ ਨਾਮ ਦੀ ਸਟੂਡੈਂਟ ਹੈ ਜੋ ਹਰ ਇੱਕ ਕੰਮ ਦੇ ਲਈ ਲੇਟ ਹੁੰਦੀ ਹੈ, ਆਪਣੀ ਕਾਪੀਆਂ ਵੀ ਲੇਟ ਸਬਮਿਟ ਕਰਦੀ ਹੈ ਤੇ ਹਰ ਕੰਮ ਨੂੰ ਭੁੱਲ ਜਾਂਦੀ ਹੈ ਕਰਨ ਦੇ ਲਈ। ਤਾਂ ਇੱਕ ਐਗਜ਼ਾਮਪਲ ਸੀਗੀ ਅੱਛੇ ਟਾਈਮ ਮੈਨੇਜਮੈਂਟ ਤੇ ਬੁਰੇ ਟਾਈਮ ਮੈਨੇਜਮੈਂਟ ਦੇ ਲਈ। ਨੈਕਸਟ ਚੀਜ਼ ਹੈ ਟਾਈਮ ਮੈਨੇਜਮੈਂਟ ਇਜ਼ ਦ ਥਿੰਕਿੰਗ ਸਕਿੱਲ ਦੈਟ ਹੈਲਪ ਯੂ ਟੂ, ਇੱਕ ਸੋਚਣ ਦੀ ਸਕਿੱਲ ਹੈ ਟਾਈਮ ਮੈਨੇਜਮੈਂਟ ਜੋ ਤੁਹਾਡੀ ਹੈਲਪ ਕਰੇਗਾ ਕੰਪਲੀਟ ਟਾਸਕ ਔਨ ਟਾਈਮ। ਕੋਈ ਵੀ ਕੰਮ ਤੁਹਾਨੂੰ ਦਿੱਤਾ ਹੋਇਆ ਅਗਰ ਸਮੇਂ ਤੇ ਫਿਨਿਸ਼ ਕਰਨਾ ਹੈ ਤਾਂ ਟਾਈਮ ਮੈਨੇਜਮੈਂਟ ਹੈਲਪ ਕਰੇਗਾ। ਮੇਕ ਅ ਡੇਲੀ ਟਾਈਮ ਟੇਬਲ, ਇੱਕ ਡੇਲੀ ਟਾਈਮ ਟੇਬਲ ਬਣਾਉਣ ਦੇ ਵਿੱਚ ਟਾਈਮ ਮੈਨੇਜਮੈਂਟ ਹੈਲਪ ਕਰੇਗਾ। ਮੇਕ ਅ ਗੁੱਡ ਗੈਸ ਐਟ ਹਾਊ ਲੌਂਗ ਇਟ ਵਿਲ ਟੇਕ ਯੂ ਟੂ ਡੂ ਸਮਥਿੰਗ, ਟਾਈਮ ਮੈਨੇਜਮੈਂਟ ਦੇ ਨਾਲ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਕੰਮ ਨੂੰ ਕਰਨ ਦੇ ਲਈ ਸਾਨੂੰ ਕਿੰਨਾ ਸਮਾਂ ਚਾਹੀਦਾ ਹੈ। ਸਬਮਿਟ ਹੋਮਵਰਕ ਐਂਡ ਅਸਾਈਨਮੈਂਟ ਔਨ ਟਾਈਮ, ਟਾਈਮ ਮੈਨੇਜਮੈਂਟ ਦੇ ਨਾਲ ਅਸੀਂ ਆਪਣਾ ਹੋਮਵਰਕ ਤੇ ਜੋ ਵੀ ਟਾਸਕ ਸਾਨੂੰ ਦਿੱਤੇ ਹੋਏ ਉਹ ਸਮੇਂ ਤੇ ਸਬਮਿਟ ਕਰ ਸਕਦੇ ਹਾਂ। ਨਾਟ ਵੇਸਟ ਟਾਈਮ ਡਿਊਰਿੰਗ ਦ ਡੇ, ਆਪਣਾ ਸਮਾਂ ਬਰਬਾਦ ਨਹੀਂ ਹੋਏਗਾ ਅਗਰ ਅਸੀਂ ਟਾਈਮ ਮੈਨੇਜਮੈਂਟ ਕਰ ਰਹੇ ਹਾਂ। ਤਾਂ ਇਫੈਕਟਿਵਲੀ ਮਤਲਬ ਪ੍ਰਭਾਵਸ਼ਾਲੀ ਟਾਈਮ ਮੈਨੇਜਮੈਂਟ ਕਰਨ ਦੇ ਲਈ ਸਾਨੂੰ 4 ਸਟੈਪ ਦਿੱਤੇ ਹੋਏ ਆ ਜਿਨ੍ਹਾਂ ਨੂੰ ਅਸੀਂ ਫੋਲੋ ਕਰਨਾ ਹੈ। ਤਾਂ 1 ਬਾਏ 1 ਆਪਾਂ ਸਟੈਪਸ ਦੇਖਦੇ ਹਾਂ। ਸਭ ਤੋਂ ਪਹਿਲਾ ਸਟੈਪ ਹੈ ਆਰਗੇਨਾਈਜ਼, ਦੈਨ ਪ੍ਰਾਇੋਰਟਾਈਜ਼, ਦੈਨ ਕੰਟਰੋਲ ਤੇ ਉਸ ਤੋਂ ਲਾਸਟ ਵਾਲਾ ਹੈ ਟਰੈਕ। ਤਾਂ ਆਰਗੇਨਾਈਜ਼ ਬਾਰੇ ਪੜ੍ਹਦੇ ਹਾਂ। ਆਰਗੇਨਾਈਜ਼ ਕੀ ਹੁੰਦਾ ਹੈ? We plan our day-to-day activity, we make a timetable that we follow। ਤਾਂ ਆਰਗੇਨਾਈਜ਼ ਦੇ ਵਿੱਚ ਅਸੀਂ ਆਪਣੇ ਪੂਰੇ ਡੇ ਟੂ ਡੇ ਐਕਟੀਵਿਟੀ ਨੂੰ ਮਤਲਬ ਇੱਕ ਦਿਨ ਦੇ ਵਿੱਚ ਜੋ ਵੀ ਕਰ ਰਹੇ ਹਾਂ ਉਸ ਨੂੰ ਪਲਾਨ ਕਰੀਏ, ਇੱਕ ਟਾਈਮ ਟੇਬਲ ਬਣਾਈਏ ਜਿਸ ਨੂੰ ਅਸੀਂ ਫੋਲੋ ਕਰਨਾ ਹੈ। We keep our surrounding and study table clean and mess free, ਆਪਣੇ ਸਰਾਊਂਡਿੰਗ ਮਤਲਬ ਆਲੇ ਦੁਆਲੇ ਨੂੰ ਅਸੀਂ ਸਾਫ਼ ਸੁਥਰਾ ਰੱਖੀਏ ਤਾਂ ਕਿ ਅੱਛੇ ਮਾਹੌਲ ਦੇ ਵਿੱਚ ਮੈਂ ਬਹਿ ਕੇ ਪੜ੍ਹ ਸਕਾਂ, ਮੇਰਾ ਟਾਈਮ ਨਾ ਵੇਸਟ ਹੋਵੇ। ਵੀ ਪਿਕਿੰਗ ਬੈਕ ਵੇਅਰ ਦੇ ਬਿਲੋਂਗ, ਇਟ ਹੈਲਪ ਅਸ ਸੇਵ ਟਾਈਮ, ਤਾਂ ਅਸੀਂ ਆਪਣੀ ਜੋ ਵੀ ਚੀਜ਼ਾਂ ਨੇ ਉਹਨੂੰ ਉੱਥੇ ਹੀ ਰੱਖੀਏ ਜਿੱਥੇ ਉਹ ਪਈਆਂ ਸੀ ਤਾਂ ਕਿ ਸਾਡਾ ਸਮਾਂ ਬਚ ਸਕੇ। ਤਾਂ ਆਰਗੇਨਾਈਜ਼ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸੀਗੀਆਂ। ਪ੍ਰਾਇੋਰਟਾਈਜ਼ ਦੇ ਵਿੱਚ ਦੇਖਦੇ ਹਾਂ we make a to-do list that has all our activities and we rank them in order of importance। ਤਾਂ ਇਹ ਪਾਰਟ ਕਹਿੰਦਾ ਹੈ ਕਿ ਅਸੀਂ ਆਪਣੇ ਜ਼ਰੂਰੀ ਕੰਮਾਂ ਦੀ ਲਿਸਟ ਬਣਾਈਏ ਤੇ ਆਪਾਂ ਉਸ ਹਿਸਾਬ ਨਾਲ ਬਣਾਈਏ ਕਿ ਕਿਹੜਾ ਕੰਮ ਸਭ ਤੋਂ ਇੰਪੋਰਟੈਂਟ ਹੈ, ਸਭ ਤੋਂ ਪਹਿਲਾਂ ਕਰਨ ਵਾਲਾ। ਤਾਂ ਇਸ ਹਿਸਾਬ ਨਾਲ ਅਸੀਂ ਆਪਣੀ ਇੱਕ ਲਿਸਟ ਬਣਾ ਸਕਦੇ ਹਾਂ, ਇੱਕ ਪਲਾਨ ਬਣਾ ਸਕਦੇ ਹਾਂ ਜਿਹੜੇ ਕੰਮ ਨੂੰ ਪਹਿਲਾਂ ਕਰਨ ਦੀ ਲੋੜ ਹੈ। ਤੇ ਨੈਕਸਟ ਪਾਰਟ ਹੈ ਕੰਟਰੋਲ। ਸਟੈਪ ਜੋ ਹੈ ਥਰਡ, ਕੰਟਰੋਲ। ਵੀ ਹੈਵ ਅ ਕੰਟਰੋਲ ਓਵਰ ਆਵਰ ਐਕਟੀਵਿਟੀਜ਼ ਐਂਡ ਟਾਈਮ, ਸਾਨੂੰ ਆਪਣੇ ਸਮੇਂ ਤੇ ਆਪਣੀ ਐਕਟੀਵਿਟੀਜ਼ ਆਪਣੇ ਕੰਮ ਦੇ ਉੱਪਰ ਕੰਟਰੋਲ ਕਰਨਾ ਚਾਹੀਦਾ ਹੈ। ਵੀ ਅਵੋਇਡ ਟਾਈਮ ਵੇਸਟਰ ਲਾਈਕ ਚੈਟਿੰਗ ਔਨ ਦ ਫੋਨ, ਸਰਫਿੰਗ, ਗੌਸਿਪਸ, ਸਾਈਟਸ ਐਟਸੈਕਟਰਾ। ਤਾਂ ਸਾਨੂੰ ਆਪਣੇ ਆਪ 'ਤੇ ਕਾਬੂ ਰੱਖਣਾ ਚਾਹੀਦਾ, ਕੰਟਰੋਲ ਰੱਖਣਾ ਚਾਹੀਦਾ ਕਿ ਅਸੀਂ ਆਪਣਾ ਸਮਾਂ ਵੇਸਟ ਨਾ ਕਰੀਏ ਫਾਲਤੂ ਦੀਆਂ ਚੀਜ਼ਾਂ ਦੇ ਵਿੱਚ, ਜਿਵੇਂ ਚੈਟਿੰਗ ਹੋ ਗਿਆ, ਫੋਨ 'ਤੇ ਗੱਲਾਂ ਹੋ ਗਈਆਂ, ਇੰਟਰਨੈਟ ਚਲਾਉਣਾ ਹੋ ਗਿਆ, ਇਹ ਸਾਰੀਆਂ ਚੀਜ਼ਾਂ 'ਤੇ ਅਸੀਂ ਆਪਣਾ ਸਮਾਂ ਨਾ ਵੇਸਟ ਕਰੀਏ। ਲਾਸਟ ਵਨ ਇਜ਼ ਟਰੈਕ। ਵੀ ਆਈਡੈਂਟੀਫਾਈ ਐਂਡ ਨੋਟ ਵੇਅਰ ਵੀ ਹੈਵ ਸਪੈਂਟ ਆਵਰ ਟਾਈਮ, ਤਾਂ ਸਾਨੂੰ ਟਰੈਕ ਰੱਖਣਾ ਚਾਹੀਦਾ। ਟਰੈਕ ਮਤਲਬ ਨੋਟ ਰੱਖਣਾ ਚਾਹੀਦਾ ਹੈ, ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਅਸੀਂ ਆਪਣਾ ਸਮਾਂ ਕਿੱਥੇ ਕਿੱਥੇ ਲਗਾਉਣਾ ਹੈ। ਦਿਸ ਵਿਲ ਹੈਲਪ ਅਸ ਐਨਾਲਾਈਜ਼ ਇਫ ਵੀ ਹੈਵ ਯੂਜ਼ਡ ਆਵਰ ਟਾਈਮ ਇਫੈਕਟਿਵਲੀ ਔਰ ਨੋਟ। ਤਾਂ ਇਹ ਚੀਜ਼ਾਂ ਆਪਾਂ ਨੂੰ ਹੈਲਪ ਕਰਨਗੀਆਂ ਕਿ ਅਸੀਂ ਆਪਣਾ ਸਮਾਂ ਸਹੀ ਤਰੀਕੇ ਨਾਲ ਲਗਾ ਰਹੇ ਹਾਂ ਜਾਂ ਨਹੀਂ ਲਗਾ ਰਹੇ ਹਾਂ। ਤੇ ਇਹ ਇਸ ਚੀਜ਼ ਲਈ ਵੀ ਹੈਲਪ ਕਰਨਗੀਆਂ ਕਿ ਸਾਨੂੰ ਪਤਾ ਲੱਗ ਜਾਏ ਕਿ ਅਸੀਂ ਟਾਈਮ ਕਿੱਥੇ ਜ਼ਿਆਦਾ ਵੇਸਟ ਕਰ ਰਹੇ ਹਾਂ। ਔਰ ਲਾਸਟ ਚੀਜ਼ ਦੇਖਦੇ ਹਾਂ, ਟਿਪਸ ਫॉर ਪ੍ਰੈਕਟਿਸਿੰਗ ਦ 4 ਸਟੈਪਸ ਫॉर ਇਫੈਕਟਿਵ ਟਾਈਮ ਮੈਨੇਜਮੈਂਟ। ਤਾਂ ਕੁਝ ਟਿਪਸ ਦਿੱਤੀਆਂ ਹੋਈਆਂ ਨੇ ਤਾਂ ਕਿ ਅਸੀਂ ਪ੍ਰੈਕਟਿਸ ਕਰ ਸਕੀਏ ਕਿ ਇੱਕ ਅੱਛਾ ਟਾਈਮ ਮੈਨੇਜਮੈਂਟ ਕਿਵੇਂ ਅਪਣਾਇਆ ਜਾਵੇ। ਅਵੋਇਡ ਡਿਲੇ ਔਰ ਪੋਸਟਪੋਨਿੰਗ ਐਨੀ ਪਲੈਨਡ ਐਕਟੀਵਿਟੀ, ਤਾਂ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਸਮਾਂ ਲਗਾਉਣਾ ਚਾਹੀਦਾ ਜਾਂ ਪੋਸਟਪੋਨ ਕਰ ਦੇਣੀ ਚਾਹੀਦੀ ਹੈ ਵੀ ਅੱਜ ਨਹੀਂ ਕਰਾਂਗਾ ਕੱਲ੍ਹ ਕਰਾਂਗਾ, ਐਸਾ ਕੁਝ ਨਹੀਂ ਕਰਨਾ ਚਾਹੀਦਾ। ਜੋ ਐਕਟੀਵਿਟੀ ਅਸੀਂ ਆਲਰੇਡੀ ਪਲਾਨ ਕਰਕੇ ਰੱਖੀ ਹੋਈ ਹੈ, ਜੋ ਕੰਮ ਨੂੰ ਕਰਨ ਦੇ ਲਈ ਅਸੀਂ ਆਲਰੇਡੀ ਪਲਾਨ ਬਣਾਇਆ ਹੋਇਆ, ਉਸ ਨੂੰ ਲਟਕਾਉਣਾ ਨਹੀਂ ਚਾਹੀਦਾ। ਆਰਗੇਨਾਈਜ਼ ਯੂਅਰ ਰੂਮ ਐਂਡ ਸਕੂਲ ਡੈਸਕ, ਆਪਣੇ ਕਮਰੇ ਨੂੰ, ਆਪਣੇ ਸਕੂਲ ਦੇ ਵਿੱਚ ਬੈਂਚਿਸ ਨੂੰ, ਕਲਾਸਰੂਮਸ ਨੂੰ ਬਹੁਤ ਅੱਛਾ ਸਾਫ਼ ਸੁਥਰਾ ਰੱਖੋ। ਜੇ ਪੂਰੀ ਕਲਾਸਰੂਮ ਨੂੰ ਨਹੀਂ ਰੱਖ ਸਕਦੇ ਹੋ, ਐਟਲੀਸਟ ਆਪਣੇ ਬੈਂਚ ਨੂੰ ਸਾਫ਼ ਸੁਥਰਾ ਰੱਖੋ। ਡਿਵੈਲਪ ਅ ਨੋ ਡਿਸਟਰਬੈਂਸ ਜ਼ੋਨ ਵੇਅਰ ਯੂ ਕੈਨ ਸਿਟ ਐਂਡ ਕੰਪਲੀਟ ਇੰਪੋਰਟੈਂਟ ਟਾਸਕ। ਤਾਂ ਇੱਕ ਐਸਾ ਜ਼ੋਨ ਬਣਾ ਕੇ ਰੱਖੋ, ਇੱਕ ਐਸੀ ਜਗ੍ਹਾ ਬਣਾ ਕੇ ਰੱਖੋ, ਚਾਹੇ ਉਹ ਕਲਾਸਰੂਮ ਹੈ ਚਾਹੇ ਲੈਬ ਹੈ, ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ ਤੇ ਉੱਥੇ ਬੈਠ ਕੇ ਤੁਸੀਂ ਆਪਣੇ ਸਭ ਤੋਂ ਇੰਪੋਰਟੈਂਟ ਕੰਮ ਕਰ ਸਕੋ। ਯੂਜ਼ ਵੇਟਿੰਗ ਟਾਈਮ ਪ੍ਰੋਡਕਟਿਵਲੀ,
ਤਾਂ ਜੋ ਵੇਟਿੰਗ ਸਮਾਂ ਹੈ, ਜਿੱਥੇ ਤੁਹਾਨੂੰ ਥੋੜ੍ਹਾ ਵੇਟ ਕਰਨਾ ਪੈ ਰਿਹਾ, ਵਿਹਲੇ ਬੈਠਣਾ ਪੈ ਰਿਹਾ, ਉਸ ਸਮੇਂ ਨੂੰ ਬਹੁਤ ਹੀ ਇਫੈਕਟਿਵ ਤਰੀਕੇ ਨਾਲ ਯੂਜ਼ ਕਰੋ। ਕੋਈ ਐਸਾ ਕੰਮ ਕਰੋ ਜੋ ਤੁਹਾਡੇ ਫਾਇਦੇ ਦੇ ਲਈ ਹੋਵੇ। ਉਸ ਫ੍ਰੀ ਟਾਈਮ ਦੇ ਵਿੱਚ ਪ੍ਰਿਪੇਅਰ ਟੂ ਡੂ ਲਿਸਟ, ਇੱਕ ਐਸੀ ਲਿਸਟ ਬਣਾਓ ਕਿ ਕਿਹੜੇ ਕੰਮ ਨੂੰ ਕਰਨ ਦੀ ਲੋੜ ਹੈ। ਪ੍ਰਾਇਓਰਟਾਈਜ਼ ਦਾ ਮਤਲਬ ਹੈ ਕਿ ਉਹ ਸਮੇਂ ਜਾਂ ਉਹ ਕੰਮ ਨੂੰ ਪਹਿਲਾਂ ਰੱਖੋ ਜੋ ਕੰਮ ਇੰਪੋਰਟੈਂਟ ਹੈ। ਰਿਪਲੇਸ ਯੂਜ਼ਲੈਸ ਐਕਟੀਵਿਟੀ ਵਿਦ ਪ੍ਰੋਡਕਟਿਵ ਐਕਟੀਵਿਟੀ। ਤਾਂ ਜੋ ਯੂਜ਼ਲੈਸ ਐਕਟੀਵਿਟੀਜ਼ ਹੈ, ਜਿਵੇਂ ਮੋਬਾਈਲ ਚਲਾਉਣਾ ਹੋ ਗਿਆ, ਚੈਟਿੰਗ ਕਰਨਾ ਹੋ ਗਿਆ ਜਾਂ ਵੀਡੀਓਜ਼ ਦੇਖਣਾ ਫਾਲਤੂ ਦੀਆਂ, ਤਾਂ ਉਹਨਾਂ ਨੂੰ ਰਿਪਲੇਸ ਕਰ ਦਿਓ ਕਿ ਕੋਈ ਅੱਛੀ ਚੀਜ਼ਾਂ ਮੈਂ ਸਿੱਖਾਂ ਜਾਂ ਦੇਖਾਂ। ਤਾਂ ਇਹ ਸੀਗਾ ਜੀ ਅੱਜ ਦਾ ਸੈਸ਼ਨ। ਤਾਂ ਆਪਣਾ ਜੋ ਯੂਨਿਟ ਚੱਲ ਰਿਹਾ ਸੀ, ਯੂਨਿਟ ਨੰਬਰ 2, ਉਹ ਵੀ ਫਿਨਿਸ਼ ਹੋ ਚੁੱਕਿਆ। ਇਸ ਤੋਂ ਬਾਅਦ ਅਸੀਂ ਯੂਨਿਟ ਨੰਬਰ 3 ਕਰਾਂਗੇ, ਦੈਟ ਇਜ਼ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਸਕਿੱਲ। ਤਾਂ ਉਹ ਅਗਲੀ ਵੀਡੀਓਜ਼ ਦੇ ਵਿੱਚ ਕਰਾਂਗੇ। ਫਿਲਹਾਲ ਆਪਾਂ ਪ੍ਰੈਕਟਿਸ ਐਕਸਰਸਾਈਜ਼ ਕਰਦੇ ਹਾਂ। ਵਟ ਇਜ਼ ਟਾਈਮ ਮੈਨੇਜਮੈਂਟ ਐਂਡ ਹਾਊ ਕੈਨ ਯੂ ਮੈਨੇਜ ਯੂਅਰ ਟਾਈਮ। ਟਾਈਮ ਮੈਨੇਜਮੈਂਟ ਕਿਆ ਹੁੰਦਾ ਹੈ ਕਿ ਅਸੀਂ ਆਪਣੇ ਸਮੇਂ ਨੂੰ ਪਲਾਨ ਕਰ ਸਕੀਏ ਕਿ ਕਿਹੜੇ ਕੰਮ ਨੂੰ ਕਰਨ ਦੀ ਲੋੜ ਹੈ ਤੇ ਕਿਵੇਂ ਮੈਨੇਜ ਕਰ ਸਕਦੇ ਹਾਂ। ਆਪਣੇ ਕੋਲ 4 ਸਟੈਪ ਦੱਸੇ ਹੋਏ ਸੀ। ਹਾਊ ਕੈਨ ਟਰੈਕਿੰਗ ਯੂਅਰ ਟਾਈਮ ਹੈਲਪ ਯੂ। ਅਗਰ ਅਸੀਂ ਟਰੈਕ ਕਰਦੇ ਹਾਂ ਆਪਣੇ ਸਮੇਂ ਨੂੰ ਤਾਂ ਕਿਵੇਂ ਹੈਲਪ ਕਰ ਸਕਦਾ ਹੈ। ਤਾਂ ਟਰੈਕਿੰਗ ਟਾਈਮ ਆਪਣੀ ਕਿਵੇਂ ਹੈਲਪ ਕਰੇਗਾ ਕਿ ਅਸੀਂ ਇਹ ਦੇਖ ਸਕਦੇ ਹਾਂ ਕਿ ਸਾਡਾ ਸਮਾਂ ਕਿੱਥੇ ਲੱਗ ਰਿਹਾ, ਫਾਲਤੂ ਤਾਂ ਨਹੀਂ ਲੱਗ ਰਿਹਾ। ਅਗਰ ਕਿਤੇ ਫਾਲਤੂ ਵੇਸਟ ਹੋ ਰਿਹਾ ਤਾਂ ਅਸੀਂ ਉਸ ਤੋਂ ਬਚ ਸਕੀਏ। ਇਹ ਸੀਗਾ ਜੀ ਅੱਜ ਦਾ ਸੈਸ਼ਨ। ਆਈ ਹੋਪ ਕਿ ਸਮਝ ਆਇਆ ਹੋਵੇਗਾ। ਟਿਲ ਦੈਨ ਟੇਕ ਕੇਅਰ ਐਂਡ ਹੈਵ ਅ ਨਾਈਸ ਡੇ। ਮਿਲਾਂਗੇ ਜੀ ਨੈਕਸਟ ਵੀਡੀਓ ਦੇ ਵਿੱਚ।